वक्त ਦੀਆਂ ਸਰਕਾਰਾਂ ਆਮ ਲੋਕਾਂ ਦੇ ਉੱਤੇ ਤਸ਼ੱਦਦ ਕਰਨ ਦਾ ਇੱਕ ਬਹਾਨਾ ਘੜਦੀਆਂ ਹੁੰਦੀਆਂ ਆ ਆਪਣੀ ਮੈਜੋਰਿਟੀ ਨੂੰ ਸਾਬਤ ਕਰਨ ਲਈ। ਉਹਦੇ ਵਿੱਚ ਸਾਡੀ ਇਹ ਅੰਨੀ ਤੇ ਬੋਲੀ ਸਰਕਾਰ ਦੇ ਹਜੇ ਤੱਕ ਕੰਨ ਨਹੀਂ ਖੁੱਲੇ। ਸਾਡਾ ਇਤਿਹਾਸ ਦੱਸਦਾ ਹੈ ਕਿ ਭਾਈ ਤਾਰੂ ਸਿੰਘ ਜੀ ਜਦੋਂ ਉਹਨਾਂ ਦੀ ਖੋਪਰੀ ਉਤਾਰ ਦਿੱਤੀ ਗਈ ਸੀ ਜਗਰੀਆ ਖਾਨ ਮੌਜੂਦਾ ਹਾਕਮ ਵੱਲੋਂ, ਤਾਂ ਉਦੋਂ ਉਹ ਆਪਣੇ ਉਸ ਲੱਥੇ ਹੋਏ ਖੋਪਰ ਦੇ ਨਾਲ 29 ਦਿਨ ਜਿਉਂਦੇ ਰਹੇ ਸੀ ਤੇ ਕੱਲ 29ਵਾਂ ਹੀ ਦਿਨ ਹੈ। ਉਹ 29 ਦਿਨ ਜਿਉਂਦੇ ਰਹੇ ਕਿਉਂਕਿ ਉਦੋਂ ਜ਼ੁਲਮ ਦੇ ਵਿਰੁੱਧ ਉਹਨਾਂ ਨੇ ਜੋ ਬੋਲਿਆ, ਉਹਨਾਂ ਨੇ ਜੋ ਸ਼ਹਾਦਤ ਦਿੱਤੀ, ਉਹ ਕਹਿੰਦੇ ਵੀ ਨਹੀਂ ਹੁਣ ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਸ਼ਹਾਦਤ ਦਾ ਜਾਮ ਪੀਏ, ਅਸੀਂ ਮੌਜੂਦਾ ਹਾਕਮ ਨੂੰ ਨਾਲ ਲੈ ਕੇ ਜਾਵਾਂਗੇ। 28 ਦਿਨ ਤੱਕ ਜਗਰੀਆ ਖਾਨ ਨੂੰ ਜੁੱਤੀ ਖਾਂਦਾ ਰਿਹਾ ਭਾਈ ਤਾਰੂ ਸਿੰਘ ਜੀ ਦੀ, ਤੇ 28ਵੇਂ ਦਿਨ ਉਹ ਮਰਿਆ। ਉਸ ਤੋਂ ਬਾਅਦ 29ਵੇਂ ਦਿਨ ਭਾਈ ਤਾਰੂ ਸਿੰਘ ਜੀ ਨੇ ਆਪਣੀ ਸ਼ਹਾਦਤ ਦਿੱਤੀ। ਇਸੇ ਤਰ੍ਹਾਂ ਅੱਜ ਦੀ ਮੌਜੂਦਾ ਸਰਕਾਰ ਦੇ ਸਿਰ ਦੇ ਵਿੱਚ ਵੀ ਇਸ ਕਿਸਾਨੀ ਸੰਘਰਸ਼ ਦੀਆਂ ਜੁੱਤੀਆਂ ਰੋਜ਼ ਪੈ ਰਹੀਆਂ, ਚਾਹੇ ਉਹ ਯੂਕੇ ਦੀ ਸਰਕਾਰ ਵੱਲੋਂ ਹੋਵੇ, ਚਾਹੇ ਉਹ ਕੈਨੇਡਾ ਦੀ ਸਰਕਾਰ ਵੱਲੋਂ ਹੋਵੇ, ਚਾਹੇ ਉਹ ਯੂਐਨਓ ਵੱਲੋਂ ਹੋਵੇ, ਤੇ ਚਾਹੇ ਸਾਡੇ ਦੇਸ਼ ਦੇ ਅੰਦਰੋਂ ਸਮੂਹ ਜਥੇਬੰਦੀਆਂ ਵੱਲੋਂ ਹੋਵੇ। ਪਰ ਹੁਣ ਦੇਖਦੇ ਹਾਂ ਕਿ ਇਹ ਕਿੰਨੀਆਂ ਜੁੱਤੀਆਂ ਖਾ ਕੇ 28 ਦਿਨ ਦੀ ਬੇਸ਼ਰਮ ਸਰਕਾਰ ਜੁੱਤੀਆਂ ਖਾ ਰਹੀ ਆ। ਕਿਸਾਨੀ ਸੰਘਰਸ਼ ਨੂੰ ਸੋਚਦਾ ਕਿ ਉਹ ਭੁੱਖਣ ਭਾਣੇ ਲੋਕ ਇੰਨੀ ਸਰਦੀ ਦੇ ਵਿੱਚ ਵੀ ਆਪਣੇ ਸਾਰਾ ਕੁਝ ਤਿਆਗ ਕੇ ਉਸ ਧਰਮ ਯੁੱਧ ਮੋਰਚੇ ਨੂੰ ਫਤਿਹ ਕਰਨ ਲਈ ਇੱਥੇ ਬੈਠੇ ਆ। ਤੇ ਉਹਨਾਂ ਦੀ ਇਸ ਗੱਲ ਤੋਂ ਸ਼ਲਾਘਾ ਕਿ ਉਹ ਕਹਿੰਦੇ ਵੀ ਚਾਹੇ ਇਹਦੇ ਲਈ ਸਾਨੂੰ 4 ਸਾਲ ਰੁਕਣਾ ਪਵੇ, ਸਰਕਾਰ ਬਦਲਾਉਣ ਤੋਂ ਬਾਅਦ ਇਹਨਾਂ ਨੂੰ ਕਾਨੂੰਨਾਂ ਨੂੰ ਨਿਰਸਤ ਕਰਾਉਣ ਤੋਂ ਬਾਅਦ ਹੀ ਵਾਪਸ ਜਾਵਾਂਗੇ। ਸ਼ਾਇਦ ਇਸ ਅੰਨੀ ਤੇ ਬੋਲੀ ਸਰਕਾਰ ਨੂੰ ਵੀ ਪਤਾ ਲੱਗ ਜਾਏਗਾ ਕਿ ਜਦ ਇਹਨਾਂ ਆਵਾਮ ਇਹਨਾਂ ਦੇ ਨਾਲ ਆ ਤਾਂ ਸਾਨੂੰ ਬਦਲ ਜਾਣਾ ਚਾਹੀਦਾ। ਪਰ ਨਾਲ ਹੀ ਨਾਲ ਇੱਕ ਸ਼ਰਮ ਵੀ ਆਈ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਹਿੱਸਾ ਗਿਣੇ ਜਾਂਦੇ ਆ, ਤੇ ਲੋਕਤੰਤਰ ਜਿਹੜਾ ਆ ਉਹ ਲੋਕਸ਼ਾਹੀ ਨਾਲ ਗਿਣਿਆ ਜਾਂਦਾ ਆ। ਪਰ ਅੱਜ ਦੇ ਲੀਡਰ ਜਦੋਂ ਬਹੁਮਤ ਦੇ ਵਿੱਚ ਆ ਜਾਂਦੇ ਆ, ਉਸ ਨਸ਼ੇ ਦੇ ਵਿੱਚ ਉਹ ਇਸ ਲੋਕ ਰਾਜ ਦੇ ਜਿਹੜੀ ਨੀਂਹ ਆ ਇੱਕ ਆਮ ਇਨਸਾਨ ਉਸ ਦੀ ਤਾਕਤ ਨੂੰ ਭੁੱਲ ਜਾਂਦੇ ਆ ਤੇ ਉਹਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਆ। ਬੱਚਾ ਜਿਹੜਾ ਆ ਪੰਜਾਬ ਦਾ ਹੀ ਨਹੀਂ ਪੂਰੇ ਦੇਸ਼ ਦਾ ਸਮਝ ਚੁੱਕਿਆ ਹੈ ਕਾਨੂੰਨ ਕੀ ਹੈ। ਜੇ ਸਮਝ ਹੀ ਨਹੀਂ ਆਈ ਤਾਂ ਉਹ ਚੰਦ ਲੀਡਰਾਂ ਨੂੰ ਨਹੀਂ ਆਈ ਜਿਹੜੇ ਸਾਰਿਆਂ ਨੂੰ ਸਮਝਾਉਣ ਦਾ ਭਰਮ ਪਾ ਰਹੇ ਆ ਕਿ ਅਸੀਂ ਉਹਨਾਂ ਨੂੰ ਸਮਝਾਉਣ ਜਾ ਰਹੇ ਹਾਂ। ਕਹਿੰਦੇ ਕਾਨੂੰਨ ਬਹੁਤ ਚੰਗਾ ਹੈ ਕਿਉਂਕਿ ਇਹਦੇ 'ਚ MSP ਖਤਮ ਨਹੀਂ ਹੋਏਗੀ, ਤੇ MSP ਪਹਿਲਾਂ ਵੀ ਹੈ ਨਹੀਂ ਸੀ ਤੇ ਹੁਣ ਵੀ ਹੈ ਨਹੀਂ, ਤੇ ਉਹਦਾ ਕੋਈ ਲਾਭ ਨਹੀਂ ਦਿਖਦਾ, ਉਹ ਕੋਈ ਵਾਧਾ ਨਹੀਂ ਗਿਣਿਆ ਜਾ ਸਕਦਾ। ਦੂਜੀ ਗੱਲ ਕਹਿੰਦੇ ਕਿਸਾਨਾਂ ਦੀ ਜ਼ਮੀਨ ਨਹੀਂ ਜਾਏਗੀ, ਉਹ ਪਹਿਲਾਂ ਵੀ ਕਿਸਾਨਾਂ ਦੇ ਕੋਲ ਸੀ, ਫਿਰ ਇਹਦੇ ਵਿੱਚ ਲਾਭ ਕੀ ਹੋਇਆ? ਸਾਨੂੰ ਲਾਭ ਦੱਸਿਆ ਜਾਵੇ, ਜੇ ਨਹੀਂ ਦੱਸ ਸਕਦੇ ਤਾਂ ਸਾਡਾ ਸੁਣਿਆ ਜਾਵੇ। ਦੇਖੋ ਜੀ, ਮੈਂ ਇੱਕ ਬਿਆਨਾ ਕਰ ਲਿਆ, ਰਜਿਸਟਰੀ ਮੈਨੂੰ ਕਰਾਣੀ ਪਏਗੀ, ਜੇ ਨਹੀਂ ਕਰਾਵਾਂਗਾ ਜਿਹਦੇ ਨਾਲ ਬਿਆਨਾ ਕੀਤਾ ਉਹ ਮੇਰੀ ਧੌਣ ਫੜੇਗਾ। ਹੁਣ ਇਹ ਅਡਾਨੀਆਂ ਤੇ ਅੰਬਾਨੀਆਂ ਨੂੰ ਬਿਆਨੇ ਹੋ ਚੁੱਕੇ ਆ ਤੇ ਉਹਨਾਂ ਨੇ ਇਹਨਾਂ ਦੀਆਂ ਧੌਣਾਂ ਫੜਨੀਆਂ, ਤੋਂ ਇਸ ਕਰਕੇ ਉਸ ਬਿਆਨੇ ਦੇ ਰਕਮ ਦੇ ਖੁਸਣ ਤੋਂ ਇਹ ਡਰ ਰਹੀਆਂ ਸਰਕਾਰਾਂ। ਪਰ ਅੰਤ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਵੀ ਇਹੀ ਕਿਹਾ, ਉੱਤਮ ਖੇਤੀ ਮੱਧਮ ਵਪਾਰ ਧ੍ਰਿਗ ਚਾਕਰੀ ਭੀਖ ਨਰਦਾਰ। ਸੋ ਖੇਤੀ ਨੇ ਉੱਤਮ ਹੈ, ਉੱਤਮ ਰਹਿਣਾ, ਕਿਉਂਕਿ ਇਹ ਸਾਡੇ ਬਾਬੇ ਦਾ ਕਹਿਣਾ। ਸੋ ਇਸ ਕਰਕੇ ਇਹਨਾਂ ਨੂੰ ਇਹ ਕਾਨੂੰਨ ਵਾਪਸ ਲੈਣੇ ਹੀ ਬਣੇ। ਇਤਿਹਾਸ 'ਚ ਇੰਨਾ ਵੱਡਾ ਇਤਿਹਾਸ ਛਪਣ ਜਾ ਰਿਹਾ, ਉਹਦੇ 'ਚ ਅਸੀਂ ਨਾ ਹੋਈਏ ਤਾਂ ਕੁਛ ਜ਼ਿਆਦਾ ਵਧੀਆ ਗੱਲ ਨਹੀਂ। ਇਹ ਤਾਂ ਸਾਰਿਆਂ ਨੂੰ ਆਉਣਾ ਚਾਹੀਦਾ ਭਾਜੀ। ਬਜ਼ੁਰਗ ਕਾਫੀ ਡਟੇ ਹੋਏ, ਉਹਨਾਂ ਨੂੰ ਦੇਖਦੇ ਹੋ ਤਾਂ ਕੀ ਕੁਝ ਚੱਲਦਾ ਹੈ ਦਿਮਾਗ? ਬਹੁਤ ਕੁਛ ਚੱਲਦਾ ਹੈ ਜੀ, ਵੀ ਇੰਨੇ ਦਿਨਾਂ ਤੋਂ ਉਹ ਕਿਵੇਂ ਬੈਠੇ ਨੇ ਇੱਥੇ ਠੰਡ 'ਚ, ਇੰਨੀ ਠੰਡ 'ਚ, ਬਹੁਤ ਠੰਡ ਹੈ ਜੀ, ਉਹ ਪਤਾ ਨਹੀਂ ਕਿਵੇਂ ਬੈਠੇ ਆ। ਦਿੱਲੀ ਦੇ ਅਲੱਗ-ਅਲੱਗ ਬਾਰਡਰਾਂ ਤੋਂ ਲੱਗੇ ਕਿਸਾਨੀ ਮੋਰਚੇ ਨੂੰ ਹਰ ਇੱਕ ਵਰਗ ਦਾ ਸਮਰਥਨ ਮਿਲ ਰਿਹਾ ਹੈ। ਸ਼ਿੰਗੂ ਬਾਰਡਰ ਤੇ ਮੌਜੂਦ ਹਾਂ ਤੇ
ਲੁਧਿਆਣੇ ਦਾ ਇੱਕ ਪੂਰਾ ਸਕੂਲ ਹੈ, ਉਹਨਾਂ ਦਾ ਪੂਰਾ ਸਟਾਫ ਇਸ ਕਿਸਾਨੀ ਮੋਰਚੇ ਤੇ ਪਹੁੰਚਿਆ ਹੈ ਤੇ ਕਹਿ ਰਿਹਾ ਹੈ ਕਿ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਠੀਕ ਨੇ। ਕਮੇਟੀ ਮੈਂਬਰ ਵੀ ਪਹੁੰਚੇ ਨੇ ਇੱਥੇ, ਸਾਡੇ ਨਾਲ ਪ੍ਰਿੰਸੀਪਲ ਸਾਹਿਬ ਵੀ ਨੇ ਤੇ ਸਕੂਲ ਦੇ ਟੀਚਰ ਵੀ ਨੇ, ਕਮੇਟੀ ਮੈਂਬਰ ਤੋਂ ਵੀ ਨੇ। ਗੱਲਬਾਤ ਪ੍ਰਿੰਸੀਪਲ ਸਾਹਿਬ ਤੋਂ ਸ਼ੁਰੂ ਕਰਾਂਗੇ। ਸਰ, ਤੁਸੀਂ ਕਿੱਦਾਂ ਦੇਖਦੇ ਹੋ ਤੇ ਅੱਜ ਆਉਣ ਦਾ ਇੱਥੇ ਮਕਸਦ ਕਿੱਦਾਂ ਬਣ ਗਿਆ? ਸਰ, ਸਾਡਾ ਜਿਹੜਾ ਇਹ ਅੱਜ ਦਾ ਇੱਥੇ ਆਉਣ ਦਾ ਪ੍ਰਯੋਜਨ ਹੈ ਉਹ ਇੱਕ ਇਸ ਜਗ੍ਹਾ ਨੂੰ ਮੁਕੱਦਸ ਜਗ੍ਹਾ ਸਮਝ ਕੇ ਇਹਦੇ ਤੇ ਸਜਦਾ ਕਰਨ ਲਈ ਆਏ ਆ ਤੇ ਇਸ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਇੱਕ ਛੋਟਾ ਜਿਹਾ ਯੋਗਦਾਨ ਦੇਣ ਆਏ ਆ, ਕਿਉਂਕਿ ਜੋ ਵਕਤ ਦੀਆਂ ਸਰਕਾਰਾਂ ਆਮ ਲੋਕਾਂ ਦੇ ਉੱਤੇ ਤਸ਼ੱਦਦ ਕਰਨ ਦਾ ਇੱਕ ਬਹਾਨਾ ਘੜਦੀਆਂ ਹੁੰਦੀਆਂ ਆ ਆਪਣੀ ਮੈਜੋਰਿਟੀ ਨੂੰ ਸਾਬਤ ਕਰਨ ਲਈ, ਉਹਦੇ ਵਿੱਚ ਸਾਡੀ ਇਹ ਅੰਨੀ ਤੇ ਬੋਲੀ ਸਰਕਾਰ ਦੇ ਹਜੇ ਤੱਕ ਕੰਨ ਨਹੀਂ ਖੁੱਲੇ। ਮੈਂ ਇੱਥੇ ਇੱਕ ਗੱਲ ਦੱਸਣੀ ਚਾਹੁੰਦਾ ਕਿ ਸਾਡਾ ਇਤਿਹਾਸ ਏਡਾ ਵਧੀਆ ਹੈ। ਅੱਜ ਇਸ ਮੋਰਚੇ ਨੂੰ ਇਸ ਜਗ੍ਹਾ ਦੇ ਉੱਤੇ 28 ਦਿਨ ਹੋ ਗਏ। ਵੈਸੇ ਤਾਂ ਇਹ 10 ਜੂਨ ਤੋਂ ਚੱਲਿਆ ਹੋਇਆ ਮੋਰਚਾ ਹੈ, ਬਿਲਕੁਲ ਪੰਜਾਬ 'ਚ ਪਰ ਅੱਜ ਇਸ ਜਗ੍ਹਾ ਤੇ ਸਾਨੂੰ 28ਵਾਂ ਦਿਨ ਹੈ ਤੇ ਸਾਡਾ ਇਤਿਹਾਸ ਦੱਸਦਾ ਹੈ ਕਿ ਭਾਈ ਤਾਰੂ ਸਿੰਘ ਜੀ ਜਦੋਂ ਉਹਨਾਂ ਦੀ ਖੋਪਰੀ ਉਤਾਰ ਦਿੱਤੀ ਗਈ ਸੀ ਜ਼ਕਰੀਆ ਖਾਨ ਮੌਜੂਦਾ ਹਾਕਮ ਵੱਲੋਂ, ਤਾਂ ਉਦੋਂ ਉਹ ਆਪਣੇ ਉਸ ਲੱਥੇ ਹੋਏ ਖੋਪਰ ਦੇ ਨਾਲ 29 ਦਿਨ ਜਿਉਂਦੇ ਰਹੇ ਸੀ ਤੇ ਕੱਲ 29ਵਾਂ ਹੀ ਦਿਨ ਹੈ। ਉਹ 29 ਦਿਨ ਜਿਉਂਦੇ ਰਹੇ ਕਿਉਂਕਿ ਉਦੋਂ ਜ਼ੁਲਮ ਦੇ ਵਿਰੁੱਧ ਉਹਨਾਂ ਨੇ ਜੋ ਬੋਲਿਆ, ਉਹਨਾਂ ਨੇ ਜੋ ਸ਼ਹਾਦਤ ਦਿੱਤੀ, ਉਹ ਕਹਿੰਦੇ ਵੀ ਨਹੀਂ ਹੁਣ ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਸ਼ਹਾਦਤ ਦਾ ਜਾਮ ਪੀਏ, ਅਸੀਂ ਮੌਜੂਦਾ ਹਾਕਮ ਨੂੰ ਨਾਲ ਲੈ ਕੇ ਜਾਵਾਂਗੇ। ਤੇ ਇਤਿਹਾਸ ਜਾਣਦਾ ਕਿ ਉਦੋਂ ਦਾ ਮੌਜੂਦਾ ਹਾਕਮ ਜ਼ਕਰੀਆ ਖਾਨ, ਉਹਨੂੰ ਪਿਸ਼ਾਬ ਦਾ ਬੰਨ ਪੈ ਗਿਆ ਤੇ ਉਹਨੂੰ ਉਸ ਸਮੇਂ ਦੇ ਉਹਨਾਂ ਨੇ ਹਕੀਮਾਂ ਨੇ ਦੱਸਿਆ ਜਾਂ ਮੌਲਵੀਆਂ ਨੇ ਦੱਸਿਆ ਕਿ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਜਦੋਂ ਉਹਨਾਂ ਦੇ ਸਿਰ 'ਚ ਪਏਗੀ ਤਾਂ ਹੀ ਉਹਨਾਂ ਨੂੰ ਉਹ ਬੰਨ ਖੁੱਲੇਗਾ। 28 ਦਿਨ ਤੱਕ ਜ਼ਕਰੀਆ ਖਾਨ ਉਹ ਜੁੱਤੀ ਖਾਂਦਾ ਰਿਹਾ ਭਾਈ ਤਾਰੂ ਸਿੰਘ ਜੀ ਦੀ, ਤੇ 28ਵੇਂ ਦਿਨ ਉਹ ਮਰਿਆ। ਉਸ ਤੋਂ ਬਾਅਦ 29ਵੇਂ ਦਿਨ ਭਾਈ ਤਾਰੂ ਸਿੰਘ ਜੀ ਨੇ ਆਪਣੀ ਸ਼ਹਾਦਤ ਦਿੱਤੀ। ਇਸੇ ਤਰ੍ਹਾਂ ਅੱਜ ਦੀ ਮੌਜੂਦਾ ਸਰਕਾਰ ਦੇ ਸਿਰ ਦੇ ਵਿੱਚ ਵੀ ਇਸ ਕਿਸਾਨੀ ਸੰਘਰਸ਼ ਦੀਆਂ ਜੁੱਤੀਆਂ ਰੋਜ਼ ਪੈ ਰਹੀਆਂ, ਚਾਹੇ ਉਹ ਯੂਕੇ ਦੀ ਸਰਕਾਰ ਵੱਲੋਂ ਹੋਵੇ, ਚਾਹੇ ਉਹ ਕੈਨੇਡਾ ਦੀ ਸਰਕਾਰ ਵੱਲੋਂ ਹੋਵੇ, ਚਾਹੇ ਉਹ UNO ਵੱਲੋਂ ਹੋਵੇ ਤੇ ਚਾਹੇ ਸਾਡੇ ਦੇਸ਼ ਦੇ ਅੰਦਰੋਂ ਸਮੂਹ ਜਥੇਬੰਦੀਆਂ ਵੱਲੋਂ ਹੋਵੇ। ਪਰ ਹੁਣ ਦੇਖਦੇ ਹਾਂ ਕਿ ਇਹ ਕਿੰਨੀਆਂ ਜੁੱਤੀਆਂ ਖਾ ਕੇ 28 ਦਿਨ ਦੀ ਬੇਸ਼ਰਮ ਸਰਕਾਰ ਜੁੱਤੀਆਂ ਖਾ ਰਹੀ ਆ, ਪਰ ਕਿਸਾਨੀ ਸੰਘਰਸ਼ ਨੂੰ ਸਜਦਾ ਕਿ ਉਹ ਭੁੱਖਣ ਭਾਣੇ ਲੋਕ ਇੰਨੀ ਸਰਦੀ ਦੇ ਵਿੱਚ ਵੀ ਆਪਣੇ ਸਾਰਾ ਕੁਝ ਤਿਆਗ ਕੇ ਉਸ ਧਰਮ ਯੁੱਧ ਮੋਰਚੇ ਨੂੰ ਫਤਿਹ ਕਰਨ ਲਈ ਇੱਥੇ ਬੈਠੇ ਆ। ਤੇ ਉਹਨਾਂ ਦੀ ਇਸ ਗੱਲ ਤੋਂ ਸ਼ਲਾਘਾ ਕਿ ਉਹ ਕਹਿੰਦੇ ਵੀ ਚਾਹੇ ਇਹਦੇ ਲਈ ਸਾਨੂੰ 4 ਸਾਲ ਰੁਕਣਾ ਪਵੇ, ਸਰਕਾਰ ਬਦਲਾਉਣ ਤੋਂ ਬਾਅਦ ਇਹਨਾਂ ਨੂੰ ਕਾਨੂੰਨਾਂ ਨੂੰ ਨਿਰਸਤ ਕਰਾਉਣ ਤੋਂ ਬਾਅਦ ਹੀ ਵਾਪਸ ਜਾਵਾਂਗੇ। ਸੋ ਉਸ ਇੱਕ ਸਾਲ ਦਾ ਰਾਸ਼ਨ ਉਸ ਕਿਸਾਨੀ ਸੰਘਰਸ਼ ਨੂੰ ਸੱਚਮੁੱਚ ਸਜਦਾ ਕਰਨ ਮੈਂ, ਕਿਉਂਕਿ ਦੇਖੋ ਸਾਡਾ ਕਿਸਾਨੀ ਨਾਲ ਕੋਈ ਲਿੰਕ ਨਹੀਂ, ਅਸੀਂ ਵਿਦਿਅਕ ਅਦਾਰੇ ਤੋਂ ਪੜਾਉਣ ਵਾਲੇ ਹੈਗੇ ਆ। ਮੇਰੇ ਨਾਲ ਮੇਰਾ ਸਮੂਹ ਸਟਾਫ, ਸਾਡੀ ਸਮੂਹ ਪ੍ਰਬੰਧਕੀ ਕਮੇਟੀ ਹੈ, ਪਰ ਅਸੀਂ ਉਸ ਜੋਤ ਨੂੰ ਜਗਾਉਣ ਲਈ, ਜਗਦਾ ਰੱਖਣ ਲਈ ਉਹਦੇ ਵਿੱਚ ਆਪਣੀ ਜਿਹੜੀ ਆ ਇਸ ਹਵਨ ਦੇ ਵਿੱਚ ਆਪਣੀ ਹੂਤੀ ਪਾਉਣ ਲਈ ਇੱਥੇ ਆਏ ਆ। ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਬਾਕੀ ਵਿਦਿਅਕ ਅਦਾਰੇ ਵੀ ਪੂਰੇ ਦੇਸ਼ ਦੇ ਆਪਣਾ ਆਪਣਾ ਫਰਜ਼ ਸਮਝਣ, ਇੱਥੇ ਆਉਣ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਹੈ। ਜੋ ਇੱਥੇ ਵਿਚਾਰੇ ਕਿਸਾਨ ਆਪਣੀਆਂ ਮੰਗਾਂ ਲਈ ਜੂਝ ਰਹੇ, ਉਹਨਾਂ ਦਾ ਹੌਸਲਾ ਅਫਜ਼ਾਈ ਹੋਏਗੀ, ਉਹਨਾਂ ਨੂੰ ਲੱਗੇਗਾ ਕਿ ਅਸੀਂ ਇਕੱਲੇ ਨਹੀਂ ਆ, ਸਾਰੀ ਦੁਨੀਆ ਸਾਡੇ ਨਾਲ ਹੈ। ਤੇ ਸ਼ਾਇਦ ਇਸ ਅੰਨੀ ਤੇ ਬੋਲੀ ਸਰਕਾਰ ਨੂੰ ਵੀ ਪਤਾ ਲੱਗ ਜਾਏਗਾ ਕਿ ਜਦ ਇੰਨਾ ਆਵਾਮ ਇਹਨਾਂ ਦੇ ਨਾਲ ਆ ਤਾਂ ਸਾਨੂੰ ਬਦਲ ਜਾਣਾ ਚਾਹੀਦਾ। ਜਦੋਂ ਤੁਸੀਂ ਇੱਥੇ ਆ ਰਹੇ ਸੀਗੇ ਕਾਫੀ ਤਸਵੀਰਾਂ ਦੇਖੀਆਂ ਹੋਣੀਆਂ ਆ, ਬਜ਼ੁਰਗ ਵੀ ਪੂਰੇ ਡਟੇ ਹੋਏ ਨੇ, ਕਹਿ ਰਹੇ ਨੇ ਕਿ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੋਣਗੇ ਇੱਥੇ ਹੀ ਬੈਠੇ ਰਵਾਂਗੇ। ਤੇ ਜਦੋਂ ਇਦਾਂ ਦੀਆਂ ਤਸਵੀਰਾਂ ਦੇਖਦੇ ਹੋ ਫਿਰ ਦਿਮਾਗ 'ਚ ਕੀ ਕੁਝ ਚੱਲ ਰਿਹਾ ਸੀਗਾ? ਬਹੁਤ ਹਲਾਉਣਾ ਆਇਆ ਜੀ, ਬਹੁਤ ਜੋਸ਼ ਆਇਆ, ਪਰ ਨਾਲ ਹੀ ਨਾਲ ਇੱਕ ਸ਼ਰਮ ਵੀ ਆਈ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਹਿੱਸਾ ਗਿਣੇ ਜਾਂਦੇ ਆ ਤੇ ਲੋਕਤੰਤਰ ਜਿਹੜਾ ਆ ਉਹ ਲੋਕਸ਼ਾਹੀ ਨਾਲ ਗਿਣਿਆ ਜਾਂਦਾ ਆ। ਪਰ ਅੱਜ ਦੇ ਲੀਡਰ ਜਦੋਂ ਬਹੁਮਤ ਦੇ ਵਿੱਚ ਆ ਜਾਂਦੇ ਆ, ਉਸ ਨਸ਼ੇ ਦੇ ਵਿੱਚ ਉਹ ਇਸ ਲੋਕ ਰਾਜ ਦੇ ਜਿਹੜੀ ਨੀਂਹ ਆ ਇੱਕ ਆਮ ਇਨਸਾਨ ਉਸ ਦੀ ਤਾਕਤ ਨੂੰ ਭੁੱਲ ਜਾਂਦੇ ਆ ਤੇ ਉਹਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਆ। ਸੋ ਇਹ ਬਹੁਤ ਹੀ ਮੰਦਭਾਗੀ ਗੱਲ ਹੈ, ਜਿਹਨੂੰ ਆਉਣ ਵਾਲੇ ਸਮੇਂ 'ਚ ਕੁਝ ਇਹੋ ਜਿਹੀਆਂ ਸੰਵਿਧਾਨਕ ਢਾਂਚੇ ਬਣਾਉਣੇ ਪੈਣਗੇ ਤਾਂ ਕਿ ਇਹ ਜਿਹੜੇ ਨੇਤਾ ਲੋਕ ਕਿਸੇ ਵੀ ਤਰੀਕੇ ਨਾਲ ਬਹੁ ਗਿਣਤੀ 'ਚ ਆ ਜਾਂਦੇ ਉਹਨਾਂ ਦੇ ਉੱਤੇ ਨੱਥ ਪਾਈ ਜਾ ਸਕੇ। ਸੋ ਬਹੁਤ ਸਾਰੇ ਬੁੱਧੀਜੀਵੀ ਵੀ ਇਹਦੇ ਵਿੱਚ ਆ ਰਹੇ ਆ, ਇਹ ਸਾਡਾ ਪੜ੍ਹਿਆ ਲਿਖਿਆ ਵਰਗ ਜਿਹੜਾ ਇਹ ਵੀ ਇਹਦੇ ਸ਼ਮੂਲੀਅਤ ਕਰੇਗਾ ਤਾਂ ਕਿ ਜਿਹੜੀ ਇਹ
ਹਿਪੋਕ੍ਰੇਸੀ ਵਾਲੀ ਡੈਮੋਕ੍ਰੇਸੀ ਆ ਉਹਦੇ ਤੋਂ ਸਾਨੂੰ ਨਿਜਾਤ ਮਿਲ ਸਕੇ। ਪ੍ਰਿੰਸੀਪਲ ਸਾਹਿਬ ਇੱਕ ਸਵਾਲ ਹੋਰ ਹੈ, ਬੱਚਿਆਂ ਨੂੰ ਵੀ ਇਸ ਪੂਰੇ ਕਾਨੂੰਨ ਬਾਰੇ ਤੁਸੀਂ ਸਮਝਾ ਰਹੇ ਹੋ, ਉਹਨਾਂ ਦਾ ਕੀ ਕੁਝ ਕਹਿਣਾ ਹੈ? ਬੱਚਾ ਜਿਹੜਾ ਆ ਪੰਜਾਬ ਦਾ ਹੀ ਨਹੀਂ ਪੂਰੇ ਦੇਸ਼ ਦਾ ਸਮਝ ਚੁੱਕਿਆ ਹੈ ਕਾਨੂੰਨ ਕੀ ਹੈ। ਜੇ ਸਮਝ ਹੀ ਨਹੀਂ ਆਈ ਤਾਂ ਉਹ ਚੰਦ ਲੀਡਰਾਂ ਨੂੰ ਨਹੀਂ ਆਈ ਜਿਹੜੇ ਸਾਰਿਆਂ ਨੂੰ ਸਮਝਾਉਣ ਦਾ ਭਰਮ ਪਾ ਰਹੇ ਆ ਕਿ ਅਸੀਂ ਉਹਨਾਂ ਨੂੰ ਸਮਝਾਉਣ ਜਾ ਰਹੇ ਹਾਂ। ਮੈਂ ਕੱਲ ਹੀ ਦੇਖ ਰਿਹਾ ਸੀ ਯੂਪੀ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਅਸੀਂ ਕਿਸਾਨਾਂ ਨੂੰ ਸਮਝਾਉਣ ਲਈ ਇੱਕ ਪ੍ਰੋਗਰਾਮ ਕੀਤਾ, ਤਕਰੀਬਨ 20,000 ਬੰਦਾ ਉੱਥੇ ਬੈਠਾ ਸੀ, 40 ਮਿੰਟ ਦਾ ਭਾਸ਼ਣ ਸੀ। ਉਸ 40 ਮਿੰਟ ਦੇ ਭਾਸ਼ਣ 'ਚ ਮੈਂ ਖੁਦ ਲਾਈਵ ਸੁਣਿਆ ਉਹਨੂੰ, ਪਰ ਮੈਨੂੰ ਇੱਕ ਵੀ ਚੀਜ਼ ਐਸੀ ਨਹੀਂ ਲੱਗੀ ਜੋ ਉਸ ਮੁੱਖ ਮੰਤਰੀ ਨੇ ਲੋਕਾਂ ਨੂੰ ਸਮਝਾਈ ਹੋਵੇ ਕਿ ਚੰਗੀ ਹੈ ਇਸ ਕਾਨੂੰਨ ਦੇ ਵਿੱਚ। ਉਹਨਾਂ ਨੇ ਪਹਿਲੀ ਗੱਲ ਕਹੀ, ਕਹਿੰਦੇ ਇਹ ਕਾਨੂੰਨ ਬਹੁਤ ਚੰਗਾ ਹੈ ਕਿਉਂਕਿ ਇਹਦੇ 'ਚ MSP ਖਤਮ ਨਹੀਂ ਹੋਏਗੀ, ਤੇ MSP ਪਹਿਲਾਂ ਵੀ ਹੈ ਨਹੀਂ ਸੀ ਤੇ ਹੁਣ ਵੀ ਹੈ ਨਹੀਂ, ਤੇ ਉਹਦਾ ਕੋਈ ਲਾਭ ਨਹੀਂ ਦਿਖਦਾ, ਉਹ ਕੋਈ ਵਾਧਾ ਨਹੀਂ ਗਿਣਿਆ ਜਾ ਸਕਦਾ। ਦੂਜੀ ਗੱਲ ਕਹਿੰਦੇ ਕਿਸਾਨਾਂ ਦੀ ਜ਼ਮੀਨ ਨਹੀਂ ਜਾਏਗੀ, ਉਹ ਪਹਿਲਾਂ ਵੀ ਕਿਸਾਨਾਂ ਦੇ ਕੋਲ ਸੀ, ਫਿਰ ਇਹਦੇ ਵਿੱਚ ਲਾਭ ਕੀ ਹੋਇਆ? ਸਾਨੂੰ ਲਾਭ ਦੱਸਿਆ ਜਾਵੇ, ਜੇ ਨਹੀਂ ਦੱਸ ਸਕਦੇ ਤਾਂ ਸਾਡਾ ਸੁਣਿਆ ਜਾਵੇ, ਤੇ ਜੇ ਨਹੀਂ ਸੁਣ ਸਕਦੇ ਤਾਂ ਕਿਰਪਾ ਕਰਕੇ ਇਹਨਾਂ ਕੁਰਸੀਆਂ ਨੂੰ ਛੱਡ ਦਿਓ, ਕੋਈ ਹੋਰ ਯੋਗ ਉਮੀਦਵਾਰ ਆਏਗਾ ਉਹ ਸਾਡੀ ਗੱਲ ਸੁਣੇਗਾ ਤੇ ਫਿਰ ਇਹ ਕਾਨੂੰਨ ਬਦਲੇ ਜਾਣਗੇ। ਇੱਕ ਸਵਾਲ ਹੋਰ ਹੈ ਕਿ ਤੁਸੀਂ ਸਮਝ ਰਹੇ ਹੋ, ਲੋਕ ਸਮਝ ਰਹੇ ਨੇ, ਤੇ ਫਿਰ ਸਰਕਾਰਾਂ ਕਿਉਂ ਨਹੀਂ ਸਮਝ ਰਹੀਆਂ? ਦੇਖੋ ਜੀ, ਮੈਂ ਇੱਕ ਬਿਆਨਾ ਕਰ ਲਿਆ, ਰਜਿਸਟਰੀ ਮੈਨੂੰ ਕਰਾਣੀ ਪਏਗੀ, ਜੇ ਨਹੀਂ ਕਰਾਵਾਂਗਾ ਜਿਹਦੇ ਨਾਲ ਬਿਆਨਾ ਕੀਤਾ ਉਹ ਮੇਰੀ ਧੌਣ ਫੜੇਗਾ। ਹੁਣ ਇਹ ਅਡਾਨੀਆਂ ਤੇ ਅੰਬਾਨੀਆਂ ਨੂੰ ਬਿਆਨੇ ਹੋ ਚੁੱਕੇ ਆ ਤੇ ਉਹਨਾਂ ਨੇ ਇਹਨਾਂ ਦੀਆਂ ਧੌਣਾਂ ਫੜਨੀਆਂ, ਤੋ ਇਸ ਕਰਕੇ ਉਸ ਬਿਆਨੇ ਦੇ ਰਕਮ ਦੇ ਖੁਸਣ ਤੋਂ ਇਹ ਡਰ ਰਹੀਆਂ ਸਰਕਾਰਾਂ। ਪਰ ਅੰਤ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਵੀ ਇਹੀ ਕਿਹਾ, ਉੱਤਮ ਖੇਤੀ ਮੱਧਮ ਵਪਾਰ ਧ੍ਰਿਗ ਚਾਕਰੀ ਭੀਖ ਨਰਦਾਰ। ਸੋ ਖੇਤੀ ਨੇ ਉੱਤਮ ਹੈ, ਉੱਤਮ ਰਹਿਣਾ ਹੈ, ਕਿਉਂਕਿ ਇਹ ਸਾਡੇ ਬਾਬੇ ਦਾ ਕਹਿਣਾ ਹੈ। ਸੋ ਇਸ ਕਰਕੇ ਇਹਨਾਂ ਨੂੰ ਇਹ ਕਾਨੂੰਨ ਵਾਪਸ ਲੈਣੇ ਹੀ ਬਣੇ। ਜਦੋਂ ਤੁਸੀਂ ਆਪਣੀ ਮੈਨੇਜਮੈਂਟ ਨਾਲ ਪੂਰੇ ਸਟਾਫ ਨਾਲ ਗੱਲ ਕੀਤੀ ਕਿ ਕਿਸਾਨੀ ਮੋਰਚੇ 'ਚ ਜਾਣਾ ਹੈ, ਉੱਥੇ ਕਿਸਾਨ ਬੈਠੇ ਹੋਏ ਨੇ, ਉਹਨਾਂ ਨੂੰ ਸਮਰਥਨ ਕਰਨਾ ਹੈ, ਤਾਂ ਕੀ ਕੁਝ ਰਿਐਕਸ਼ਨ ਸੀਗਾ? ਬਹੁਤ ਮੈਂ ਵਧੀਆ ਗੱਲ ਦੱਸਦਾ ਜੀ, ਸਾਡੇ ਮਾਨਯੋਗ ਮੀਤ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਮੇਰੇ ਨਾਲ ਕਿ ਆਪਾਂ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਸਾਡਾ ਏਰੀਆ ਆ ਡਾਬਾ ਪਿੰਡ ਵੀ, ਉਹਦੇ ਆਲੇ ਦੁਆਲੇ ਅਸੀਂ ਸਾਰਿਆਂ ਨੂੰ ਲੈ ਕੇ ਸ਼ਮੂਲੀਅਤ ਕਰੀਏ ਤੇ ਇਹਦੇ ਬਾਰੇ ਜਾਗਰੂਕਤੀ ਪੈਦਾ ਕਰੀਏ। ਜਦੋਂ ਅਸੀਂ ਇਹਦੇ ਲਈ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਮਹਿਲ ਸਿੰਘ ਜੀ ਨਾਲ ਗੱਲ ਕਰਨ ਲੱਗੇ ਤਾਂ ਉਹਨਾਂ ਨੇ ਮੈਨੂੰ ਪਹਿਲੀ ਵਾਰ 'ਚ ਹੀ ਕਹਿ ਦਿੱਤਾ ਕਿ ਨਹੀਂ, ਇਦਾਂ ਨਹੀਂ ਕਰਨਾ। ਮੈਂ ਬੜਾ ਹੈਰਾਨ ਹੋਇਆ ਕਿ ਪ੍ਰਧਾਨ ਜੀ ਨੇ ਇਸ ਤਰ੍ਹਾਂ ਕਿਉਂ ਕਿਹਾ, ਕਿਉਂਕਿ ਉਹ ਹਰ ਸਮਾਜਿਕ ਗਤੀਵਿਧੀ ਦੇ ਵਿੱਚ ਬਹੁਤ ਵੱਧ ਚੜ ਕੇ ਹਿੱਸਾ ਲੈਂਦੇ ਆ। ਉਹ ਕਹਿੰਦੇ ਜੇ ਕਰਨਾ ਹੀ ਹੈ ਤਾਂ ਕਿਉਂ ਨਾ ਆਪਾਂ ਸਿੰਘੂ ਬਾਰਡਰ ਜਾਈਏ, ਕਹਿੰਦੇ ਸਾਰਾ ਖਰਚਾ ਅਸੀਂ ਸਪਾਂਸਰ ਕਰਾਂਗੇ। ਉਹਨਾਂ ਨੇ ਜੋ ਸਾਨੂੰ ਉਤਸ਼ਾਹ ਦਿੱਤਾ, ਸਾਡਾ ਉਤਸ਼ਾਹ ਬਹੁਤ ਜ਼ਿਆਦਾ ਵਧਿਆ ਤੇ ਅੱਜ ਅਸੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੇ ਇੱਥੇ ਆ ਕੇ ਨਮਨ ਕਰਨ ਆਏ ਆ। ਬੱਚਿਆਂ ਦਾ ਵੀ ਮਨ ਸੀ ਇੱਥੇ ਆਉਣ ਦਾ? ਬੱਚਿਆਂ ਦਾ ਵੀ ਬਹੁਤ ਮਨ ਸੀ, ਬਹੁਤ ਸਾਰੇ ਪੇਰੈਂਟਸ ਨੇ ਵੀ ਸਾਨੂੰ ਇਹਦੇ ਤਾਕੀਦ ਕੀਤੀ। ਕੁਝ ਸਾਧਨਾਂ ਦੀ ਸੀਮਿਤਤਾ ਸੀਗੀ ਜਿਹਦੇ ਕਰਕੇ ਅਸੀਂ ਫਿਲਹਾਲ ਇੱਕ ਬੱਸ ਤੇ 3 ਕਾਰਾਂ ਲੈ ਕੇ ਆਏ ਆ। ਦੂਸਰੀ ਬੇਨਤੀ ਸੀ ਵੀ ਅਸੀਂ ਉਹਨਾਂ ਬੱਚਿਆਂ ਨੂੰ, ਕਿਉਂਕਿ ਕੋਵਿਡ ਦਾ ਸੀਜ਼ਨ ਚੱਲ ਰਿਹਾ, ਅਸੀਂ ਸਰਕਾਰ ਨੂੰ ਕੋਈ ਐਦਾਂ ਦਾ ਬੇਵਜ੍ਹਾ ਦੀ ਕੋਈ ਰੀਜ਼ਨ ਨਹੀਂ ਦੇਣਾ ਚਾਹੁੰਦੇ ਕਿ ਉਹ ਇਸ ਮਹਾਨ ਕੁੰਭ ਨੂੰ ਤਾਰ-ਪੀਟੋ ਕਰੇ ਤੇ ਇਹਦੇ ਵਿੱਚੋਂ ਕੋਈ ਖਾਮੀਆਂ ਲੱਭਣ ਦੀ ਕੋਸ਼ਿਸ਼ ਕਰੇ। ਇਸ ਕਰਕੇ ਅਸੀਂ ਸਾਰੇ ਟੀਚਰ ਸਾਹਿਬਾਨ ਤੇ ਮੈਨੇਜਮੈਂਟ ਕਮੇਟੀ ਮੈਂਬਰ ਤੇ ਮੇਰੇ ਵੱਲੋਂ ਪਰਸਨਲ ਤੌਰ ਤੇ ਸ਼ਮੂਲੀਅਤ ਕੀਤੀ ਗਈ ਹੈ। ਸੋ ਇੱਕ ਵਾਰ ਫਿਰ ਤੋਂ ਤਸਵੀਰਾਂ 'ਚ ਦਿਖਾਊਂਗਾ ਕਿ ਇਹ ਇੱਕ ਸਕੂਲ ਦਾ ਪੂਰਾ ਸਟਾਫ ਹੈ ਜਿਹੜਾ ਕਿ ਅੱਜ ਸਿੰਘੂ ਬਾਰਡਰ ਤੇ ਪਹੁੰਚਿਆ ਹੈ ਤੇ ਕਹਿ ਰਿਹਾ ਹੈ ਕਿ ਇਸ ਪੂਰੇ ਪ੍ਰੋਟੈਸਟ ਦੇ ਵਿੱਚ ਅਸੀਂ ਕਿਸਾਨਾਂ ਦੇ ਨਾਲ ਹੈ। ਮਾਤਾ ਜੀ, ਤੁਸੀਂ ਕਿੱਦਾਂ ਦੇਖਦੇ ਹੋ ਇਸ ਪੂਰੇ ਪ੍ਰੋਟੈਸਟ ਨੂੰ? ਸਰ ਨੇ ਜੋ ਦੱਸਿਆ, ਤੁਸੀਂ ਲੁਧਿਆਣੇ ਤੋਂ ਹੀ ਆਏ? ਅੱਜ ਹੀ ਨਾਲ ਹੀ ਹੋਏ ਉਹਨਾਂ ਦੇ। ਤੇ ਇੱਥੇ ਪਹੁੰਚੇ ਹੋ, ਕੀ ਕੁਝ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ, ਵੀ ਇੰਨੇ ਲੋਕੀ ਬੈਠੇ ਇੰਨੇ ਦਿਨਾਂ ਦੇ ਸੰਘਰਸ਼ ਕਰ ਰਹੇ, ਸਾਨੂੰ ਵੀ ਬਹੁਤ ਜੀ ਕਰਦਾ ਸੀ ਇਹਨਾਂ ਦਾ ਵੀ ਅਸੀਂ ਵੀ ਜਾਈਏ ਤੇ ਉਹਨਾਂ ਦੇ ਵਿੱਚ ਸ਼ਾਮਲ ਹੋਈਏ। ਅਸੀਂ ਵੀ ਬੱਚਿਆਂ ਦਾ, ਸਾਡੇ ਦਾ ਬਹੁਤ ਦਿਨਾਂ ਦਾ ਸੀ ਵੀ ਅਸੀਂ ਵੀ ਜਾਣਾ ਉੱਥੇ ਜਾ ਕੇ। ਹੁਣ ਤੇ ਬੱਚੇ ਹੁਣ ਇੱਥੇ ਆਏ ਆ, ਇਹਨਾਂ ਦਾ ਕੀ ਕੁਝ ਕਹਿਣਾ ਹੈ? ਤੁਸੀਂ ਬੱਚਿਆਂ ਨੂੰ ਪੁੱਛੋ। ਬਿਲਕੁਲ, ਕੀ ਕੁਝ ਕਹਿਣਾ ਹੈ ਬੇਟਾ? ਕੀ ਕੁਝ ਦੇਖ ਰਹੇ ਹੋ ਇੱਥੇ? ਬੋਲੋ। ਕੀ ਨਾਂ ਹੈ ਤੁਹਾਡਾ? ਮੇਰਾ ਜੀ ਕਰਨਜੋਤ ਸਿੰਘ ਤੁਸੀਂ ਸ਼ੀਨਾ। ਪੋਸਟਰ ਵੀ ਫੜਿਆ, ਕਾਲੇ ਬਿੱਲ ਵਾਪਸ ਲਵੇ, ਧੱਕੇਸ਼ਾਹੀ ਬੰਦ ਕਰੋ। ਹਾਂਜੀ ਜੀ, ਬਹੁਤ ਕੁਝ ਦੇਖਿਆ ਤੇ ਵਧੀਆ ਵੀ ਲੱਗਿਆ ਵੀ ਇੰਨੇ ਜ਼ਿਆਦਾ ਵਾਰੀ ਇਤਿਹਾਸ 'ਚ ਇੰਨਾ ਵੱਡਾ ਇਤਿਹਾਸ ਛਪਣ ਜਾ ਰਿਹਾ, ਉਹਦੇ 'ਚ ਅਸੀਂ ਨਾ ਹੋਈਏ ਤਾਂ ਕੁਝ ਜ਼ਿਆਦਾ ਵਧੀਆ ਗੱਲ ਨਹੀਂ ਕੀ, ਤਾਂ ਸਾਰਿਆਂ ਨੂੰ ਆਉਣਾ ਚਾਹੀਦਾ ਭਾਜੀ, ਸਾਰਿਆਂ ਨੂੰ ਆਉਣਾ ਚਾਹੀਦਾ। ਹਾਂਜੀ। ਬਜ਼ੁਰਗ ਕਾਫੀ ਡਟੇ ਹੋਏ, ਉਹਨਾਂ ਨੂੰ ਦੇਖਦੇ ਹੋ ਤਾਂ ਕੀ ਕੁਝ ਚੱਲਦਾ ਹੈ ਦਿਮਾਗ 'ਚ?
ਬਹੁਤ ਕੁਝ ਚੱਲਦਾ ਹੈ ਜੀ ਵੀ ਇੰਨੇ ਦਿਨਾਂ ਤੋਂ ਉਹ ਕਿਵੇਂ ਬੈਠੇ ਨੇ ਇੱਥੇ ਠੰਡ 'ਚ, ਇੰਨੀ ਠੰਡ 'ਚ, ਬਹੁਤ ਠੰਡ ਹੈ ਜੀ। ਉਹ ਪਤਾ ਨਹੀਂ ਕਿਵੇਂ ਬੈਠੇ ਆ, ਇਹੀ ਚੱਲਦਾ ਹੈ ਜੀ। ਬੱਚਿਆਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ, ਉਹੀ ਭਵਿੱਖ ਹੁੰਦੇ ਆ, ਦੇਸ਼ ਦਾ ਭਵਿੱਖ ਹੁੰਦੇ ਆ। ਤੁਸੀਂ ਕੀ ਕੁਝ ਸੋਚਿਆ ਹੈ ਦੇਸ਼ ਦੇ ਲਈ? ਜੀ ਅਸੀਂ ਇਹ ਸੋਚਿਆ ਵੀ ਜੇ ਕਿਸਾਨਾਂ ਦੇ ਰੂਲ ਇਹ ਪਾਸ ਨਹੀਂ, ਇਹ ਕਾਨੂੰਨ ਕਾਨੂੰਨ ਰੱਦ ਨਹੀਂ ਕੀਤੇ ਤਾਂ ਬਹੁਤ ਵੱਡੀ ਗਲਤੀ ਕਰ ਰਿਹਾ ਮੋਦੀ ਜੀ। ਠੀਕ ਹੈ, ਸੋ ਇਹ ਪਹੁੰਚੇ ਨੇ। ਸੋ ਇੱਕ ਵਾਰ ਫਿਰ ਤੋਂ ਤਸਵੀਰਾਂ ਰਾਹੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪੂਰੇ ਦਾ ਪੂਰਾ ਸਕੂਲ ਤੇ ਉਹਨਾਂ ਦੀ ਮੈਨੇਜਮੈਂਟ ਕਮੇਟੀ ਇੱਥੇ ਪਹੁੰਚੀ ਹੈ ਤੇ ਕਹਿ ਰਹੀ ਹੈ ਕਿ ਕਿਸਾਨਾਂ ਦੇ ਲਈ ਅਸੀਂ ਖੜੇ ਹਾਂ ਤੇ ਖੜੇ ਰਵਾਂਗੇ ਜਦੋਂ ਤੱਕ ਇਹ ਬਿੱਲ, ਇਹ ਕਾਨੂੰਨ ਵਾਪਸ ਨਹੀਂ ਹੁੰਦੇ। ਤੁਸੀਂ ਮੀਡੀਅਮ ਦੇ ਨਾਲ ਜੁੜੇ ਰਹੋ ਸ਼ੰਭੂ ਬਾਰਡਰ ਤੋਂ, ਲਗਾਤਾਰ ਅਸੀਂ ਤੁਹਾਡੇ ਤੱਕ ਇਸੇ ਤਰੀਕੇ ਦੇ ਨਾਲ ਕਵਰੇਜ ਲੈ ਕੇ ਆਉਂਦੇ ਰਵਾਂਗੇ। ਤੁਸੀਂ ਜੁੜੇ ਰਹੋ ਮੀਡੀਅਮ ਦੇ ਨਾਲ।